दास खुद भी इस अंदोलन के विच गया जा करके उन्होंने बहुत बड़ी सीधी सैलरी इस इलाके में इस खिते में समूचे पंजाब के हरियाणा में किन्नी दूर दरेडे तक उन्होंने जो नाँ है सन्मान समाज के है। तो उस स्थान तो बाबा तरलोचन सिंह जी सिंगड़े वाले बाबा जोड़े उन्होंने समूचा जथा आया असं उन्होंने धन्यवाद भी करते हैं। बहुत ही श्रद्धा भावे विच आउण दी इजाजत है। कोई भी आ करके लंगर छक सकता है। नानक है जस नाम चढ़े पव सागर तारे। धन धन सिख श्री गुरु ग्रंथ साहिब जी की पावन पवित्र गोद दे विच जो किसान अंदोलन चल रहा है, उस किसान अंदोलन के अंदर जिन्होंने शहादत दित्तियां उन्होंने शरधा के फुल भेंट करने वास्ते श्रोमणी अकाली दल ने सतविंदर सिंह जी टोड़ा, साहबान कंग जी, सतविंदर सिंह जी टोड़ा, मैनेजर करनैल सिंह जी दुखनवारू, रंजीत भाजी इधर आ जाओ। ਜਿਹੜੇ 3 ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਹੈ, ਉਹਦੇ ਸੰਬੰਧ ਵਿੱਚ ਲਗਾਤਾਰ 40 ਦਿਨ ਤੋਂ ਵੱਧ ਹੋ ਗਿਆ ਇਹ ਜਿਹੜਾ ਰੋਸ ਧਰਨਾ ਲੱਗਾ ਹੋਇਆ, ਜਿਹਦੇ ਵਿੱਚ ਸਾਰੇ ਦੇਸ਼ ਭਰ ਦੇ ਕਿਸਾਨ ਜਿਹੜੇ ਸ਼ਾਮਲ ਹੋ ਕੇ ਆਪਣੀ ਮੰਗ ਮਨਵਾ ਰਹੇ ਹੈ ਕਿ ਇਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਬੜਾ ਅਫਸੋਸ ਹੈ ਕਿ ਦੁਨੀਆ ਭਰ ਦੇ ਲੋਕਾਂ ਦਾ ਅੱਜ ਧਿਆਨ ਇਸ ਪਾਸੇ ਲੱਗਾ ਹੋਇਆ ਔਰ ਲਗਾਤਾਰ ਦਿਨ ਰਾਤ ਇੰਨੀ ਠੰਡ ਵਿੱਚ ਕਿਸਾਨ ਜਿਹੜੇ ਹੈ ਉਹ ਮੋਰਚਾ ਲਾ ਕੇ ਬੈਠੇ ਹੈ। ਖਾਸ ਕਰਕੇ ਜਿਹੜੇ ਪੰਜਾਬ ਦੇ ਕਿਸਾਨ ਹੈ, ਹਰਿਆਣੇ ਦੇ ਕਿਸਾਨ ਹੈ, ਕਿਉਂਕਿ ਇਹਨਾਂ ਨੇ ਸਦਾ ਹੀ ਸੰਘਰਸ਼ਾਂ ਦੇ ਵਿੱਚ ਬਹੁਤ ਵੱਡੀਆਂ ਆਪਣੀਆਂ ਮੱਲਾਂ ਮਾਰੀਆਂ ਤੇ ਸੰਘਰਸ਼ ਜਿੱਤੇ ਹੈ। ਉਹਨਾਂ ਦੇ ਮਨ ਵਿੱਚ ਇੱਕੋ ਹੀ ਹੈ ਕਿ ਜਦ ਤੱਕ ਅਸੀਂ ਇਹ ਕਿਸਾਨਾਂ ਦਾ ਵਿਰੋਧੀ ਬਿੱਲ ਜਿਹੜੇ ਹੈ ਰੱਦ ਨਹੀਂ ਕਰਾਂਦੇ, ਅਸੀਂ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ। ਦੇਸ਼ ਦਾ ਮੁਖੀ ਉਹੀ ਸਿਆਣਾ ਹੁੰਦਾ ਜਿਹੜਾ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣੇ, ਜਿਹੜੇ ਦੇਸ਼ ਦੇ ਲੋਕਾਂ ਦੀ ਮੁਸੀਬਤ ਨੂੰ ਸਮਝੇ। ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਕਿ ਅੱਜ ਦੇਸ਼ ਦੀ ਆਵਾਜ਼ ਕੀ ਹੈ, ਦੁਨੀਆ ਭਰ ਦੇ ਲੋਕਾਂ ਦੀ ਉਹਨਾਂ ਕੋਲ ਫਰਿਆਦ ਕੀ ਹੈ। ਜੇ ਉਹ ਇਸ ਗੱਲ ਨੂੰ ਨਹੀਂ ਸਮਝਦੇ, ਮੈਂ ਸਮਝਦੀ ਹਾਂ ਕਿ ਉਹ ਇੱਕ ਡਿਕਟੇਟਰਾਨਾ ਤਰੀਕੇ ਦੇ ਨਾਲ ਚੱਲ ਰਹੇ ਹੈ। ਨਹੀਂ ਚਾਹੀਦਾ, ਕਿਉਂਕਿ ਕਿਸਾਨ ਜਿਹੜੇ ਹੈ, ਜੇ ਇਹ ਸਾਡੀ ਰੀੜ੍ਹ ਦੀ ਹੱਡੀ ਕਹਾਉਣ ਵਾਲੀ ਇੱਕ ਕਿਰਤੀ ਕਾਮੇ ਮਜ਼ਦੂਰ ਨਾਲ ਸੰਬੰਧਿਤ ਕਿੱਤੇ ਵਾਲੇ ਸਾਡੇ ਲੋਕ ਹੈ। ਜੇ ਗੁਰੂ ਨਾਨਕ ਸਾਹਿਬ ਜੀ ਨੇ ਆਪ ਕਿਰਤ ਕੀਤੀ, ਆਪ ਕਿਸਾਨੀ ਕੀਤੀ,
ਤੇ ਉਹਨਾਂ ਨੇ ਕਿਸਾਨੀਆਂ ਦੀਆਂ ਮਿਸਾਲਾਂ ਦੇ ਕੇ ਮਨਹਾਲੀ ਕਿਸਾਨੀ ਕਰਨੀ, ਇਹ ਜਿਹੜੀਆਂ ਕਿਸਾਨੀ ਦੀਆਂ ਮਿਸਾਲਾਂ ਦੇ ਕੇ ਰੂਹਾਨੀਅਤ ਸ਼ਕਤੀ ਲੈਣ ਵਾਸਤੇ ਵੀ ਸਾਨੂੰ ਉਪਦੇਸ਼ ਦਿੱਤੇ, ਕਿਉਂਕਿ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ ਹੀ ਸਾਡਾ ਕਿਰਤੀਆਂ ਦਾ ਤੇ ਕਿਸਾਨਾਂ ਦਾ ਕਰਮ ਹੈ। ਜੇ ਅੱਜ ਇਹਨਾਂ ਲੋਕਾਂ ਦੀ ਵੀ ਆਵਾਜ਼ ਸਾਡੀ ਭਾਰਤ ਸਰਕਾਰ ਨਹੀਂ ਸੁਣਦੀ, ਇਹ ਸਮਝ ਲਓ ਕਿ ਅੱਜ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ, ਅੱਜ ਦੇਸ਼ ਦੇ ਲੋਕਾਂ ਦਾ ਹਿਊਮਨ ਰਾਈਟਸ ਜਿਹੜੇ ਆ ਉਹ ਖਤਮ ਹੋ ਰਹੇ। ਸੋ ਮੈਂ ਸਮਝਦੀ ਹਾਂ ਕਿ ਇੰਨੀ ਠੰਡ ਦੇ ਵਿੱਚ, ਇੰਨੀ ਬਾਰਿਸ਼ ਵਿੱਚ ਅੱਜ ਜੇ ਲੋਕ ਦੁਖੀ ਹੈ ਤੇ ਕਿਉਂ ਦੁਖੀ ਹੈ? ਮਹਾਰਾਜਾ ਰਣਜੀਤ ਸਿੰਘ ਨੂੰ ਲੋਕ ਯਾਦ ਕਰਦੇ ਆ, ਉਹ ਤੇ ਇਹ ਦੇਖਦੇ ਸੀ ਕਿ ਰਾਤ ਦੇ ਸਮੇਂ ਤੇ ਕੋਈ ਭੁੱਖਾ ਤਾਂ ਨਹੀਂ ਸੁੱਤਾ, ਕੋਈ ਨੰਗਾ ਤਾਂ ਨਹੀਂ ਸੁੱਤਾ। ਤੇ ਜੇ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਲੋਕ ਯਾਦ ਕਰਦੇ, ਉਹ ਇਸੇ ਕਰਕੇ ਯਾਦ ਕਰਦੇ ਆ ਕਿ ਅੱਜ ਬੇਇਨਸਾਫੀ ਹੋ ਰਹੀ ਹੈ। ਸੋ ਅੱਜ ਬੇਇਨਸਾਫੀ ਦੇ ਖਿਲਾਫ, ਹੱਕ ਦੇ ਸੱਚ ਦੀ ਪ੍ਰਾਪਤੀ ਦੇ ਹੱਕ ਵਿੱਚ, ਜ਼ੁਲਮ ਦੇ ਖਿਲਾਫ ਜੋ ਅੱਜ ਸਾਰਾ ਪੰਜਾਬ, ਸਾਰਾ ਹਿੰਦੁਸਤਾਨ ਜਿਹੜਾ ਆਵਾਜ਼ ਉਠਾ ਰਿਹਾ ਹੈ, ਜਿੰਨਾ ਮੀਡੀਆ ਇੰਨਾ ਪ੍ਰਚਾਰ ਕਰ ਰਿਹਾ, ਜੇ ਇੰਨੇ ਪ੍ਰਚਾਰ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਜੀ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ ਜਾਂ ਉਹਨਾਂ ਦੀ ਆਵਾਜ਼ ਨੂੰ ਨਹੀਂ ਸੁਣਿਆ ਜਾਂਦਾ, ਮੈਂ ਸਮਝਦੀ ਹਾਂ ਸਾਡਾ ਬਹੁਤ ਵੱਡਾ ਧੱਕਾ, ਬਹੁਤ ਵੱਡਾ ਵਿਤਕਰਾ। ਸ਼੍ਰੋਮਣੀ ਅਕਾਲੀ ਦਲ ਜਿੱਥੇ ਇੱਕ ਬੱਚਾ ਇਹਦੇ 'ਚ ਹਾਜ਼ਰੀ ਭਰ ਰਿਹਾ, ਭਾਵੇਂ ਉਹ ਕਿਸੇ ਬਾਰਡਰ ਤੇ ਹੋਵੇ, ਭਾਵੇਂ ਮੋਰਚੇ 'ਚ ਬੈਠੇ, ਭਾਵੇਂ ਕਿਸੇ ਥਾਂ ਦੇ ਉੱਤੇ ਵੀ ਸੇਵਾਵਾਂ ਵਿੱਚ ਹੋਵੇ, ਲਗਾਤਾਰ ਦਿਨ ਰਾਤ ਇੱਕ ਕੀਤਾ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਕੌਮ ਦੀ ਇੱਕ ਬਹੁਤ ਵੱਡੀ ਸੰਸਥਾ ਹੈ, ਜਿਹਨੇ ਹਮੇਸ਼ਾ ਹੀ ਦੁੱਖਾਂ ਵਿੱਚ, ਪੀੜਾ ਵਿੱਚ, ਤਕਲੀਫਾਂ ਵਿੱਚ ਕਿਤੇ ਵੀ ਮਨੁੱਖਤਾ ਦੀ ਸੇਵਾ ਦੀ ਗੱਲ ਆਈ ਹੈ ਤੇ ਅੱਗੇ ਹੋ ਕੇ ਸੇਵਾ ਕੀਤੀ ਹੈ। ਅੱਜ ਵੀ ਲਗਾਤਾਰ ਅਸੀਂ ਜਿਉਂ ਤੋਂ ਲੈ ਕੇ ਇਹ ਮੋਰਚਾ ਚੱਲਿਆ, 25 ਦਸੰਬਰ ਤੋਂ ਲੈ ਕੇ 25 ਨਵੰਬਰ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਜਿੱਥੇ ਅਸੀਂ ਸਿੰਘੂ ਬਾਰਡਰ ਦੇ ਉੱਤੇ ਲਗਾਤਾਰ ਗੁਰੂ ਕੇ ਲੰਗਰ ਚੱਲ ਰਹੇ ਆ, 6-7 ਉੱਥੇ ਬਣੇ ਹੋਏ ਆ ਵਾਟਰਪ੍ਰੂਫ ਟੈਂਟ ਲੱਗੇ ਆ। ਇਸੇ ਤਰ੍ਹਾਂ ਟਿਕਰੀ ਬਾਰਡਰ ਦੇ ਉੱਤੇ, ਇਸੇ ਤਰ੍ਹਾਂ ਉੱਤਰਾਖੰਡ ਵਾਲਾ ਜਿੱਥੇ ਗਾਜੀਪੁਰ ਜਿੱਥੇ ਉਹ ਹੈ, ਉੱਥੇ ਵੀ ਵਾਟਰਪ੍ਰੂਫ ਟੈਂਟ ਲਾਏ ਆ, ਲੰਗਰ ਲਗਾਏ ਆ। ਹਰ ਥਾਂ ਦੇ ਉੱਤੇ ਲੰਗਰ, ਹਰ ਥਾਂ ਦੇ ਉੱਤੇ ਵਾਟਰਪ੍ਰੂਫ, ਹਰ ਥਾਂ ਉੱਤੇ ਮੈਡੀਸਨ, ਐਂਬੂਲੈਂਸਾਂ ਖੜੀਆਂ ਨੇ, ਵਾਸ਼ਰੂਮ, ਟਾਇਲਟਸ ਜਿੱਥੇ ਪ੍ਰਬੰਧ ਕੀਤੇ ਗਏ ਆ। ਉੱਥੇ ਨਾਲ ਗੁਰਮਤਿ ਪ੍ਰਚਾਰਕ ਜਾ ਕੇ ਸਟੇਜਾਂ ਤੇ ਹਾਜ਼ਰੀ ਭਰ ਕੇ ਸਾਡੇ ਕੀਰਤਨ ਕਰਨ ਵਾਲੇ ਸਿਮਰਨ ਕਰਾ ਰਹੇ ਹੈ, ਉੱਥੇ ਨਿਤਨੇਮ ਕਰਾ ਰਹੇ ਹੈ, ਪ੍ਰਚਾਰਕ ਉੱਥੇ ਪ੍ਰਚਾਰ ਕਰ ਰਹੇ, ਕਿਉਂਕਿ ਆਤਮਿਕ ਬਲ ਬਣਿਆ ਰਹੇ, ਉਹਨਾਂ ਦੀ ਵਿਲ ਪਾਵਰ ਬਣੀ ਰਹੇ, ਉਸ ਸੰਘਰਸ਼ ਨਾਲ ਜੁੜੇ ਰਹਿਣ। ਇਸ ਕਰਕੇ ਅੱਜ ਅਸੀਂ ਦੇਖਿਆ ਸੀ, ਮਹਿਸੂਸ ਕੀਤਾ ਥੋੜ੍ਹੇ ਦਿਨਾਂ ਦਾ, ਕਿ ਰਸਤੇ ਦੇ ਵਿੱਚ ਬਹੁਤ ਲੰਬਾ ਸਮਾਂ ਹੋ ਜਾਂਦਾ। ਕਈ ਸਾਡੇ ਜਾਂਦੇ ਆ ਭਰਾ ਭੈਣਾਂ ਬਜ਼ੁਰਗ, ਰਸਤੇ 'ਚ ਉਹਨਾਂ ਦੇ ਕੋਲ ਲੰਗਰ ਦਾ ਪ੍ਰਬੰਧ ਨਹੀਂ ਸੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਸੇਵਾਦਾਰ ਫਤਿਹਗੜ੍ਹ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਫਤਿਹਗੜ੍ਹ ਸਾਹਿਬ, ਪਟਿਆਲਾ, ਸਾਰੇ ਨੇੜੇ ਤੇੜੇ ਦੇ ਗੁਰਦੁਆਰੇ ਜਿਹੜੇ ਹੈ ਉਹ ਰਲ ਕੇ ਉੱਥੇ ਲੰਗਰ ਦੀ ਸੇਵਾ ਕਰੋ, ਤੇ ਨਾਲ ਹੀ 400-500 ਵਿਅਕਤੀ ਸੌਂ ਸਕੇ, ਕਿਤੇ ਰਸਤੇ ਵਿੱਚ ਮੁਸੀਬਤ ਬਣ ਜਾਂਦੀ ਹੈ, ਰੁਕ ਸਕੇ, ਤੇ ਉਹਨਾਂ ਦਾ ਪ੍ਰਬੰਧ ਕਰੋ। ਮੈਨੂੰ ਖੁਸ਼ੀ ਹੈ ਕਿ ਸਾਡੇ ਸਾਰੇ ਮੈਂਬਰ ਸਾਹਿਬਾਨ, ਬੀਬੀ ਜੀ ਖੜੇ ਹੈ, ਗੜੀ ਸਾਹਿਬ ਖੜੇ ਹੈ, ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਐਗਜ਼ੈਕਟਿਵ ਦੇ ਮੈਂਬਰ ਖੜੇ ਹੈ। ਇਹਨਾਂ ਨੇ ਦਿਨ ਰਾਤ ਇੱਕ ਕਰਕੇ ਇੱਥੇ, ਭਾਵੇਂ ਬਾਰਿਸ਼ਾਂ ਵੀ ਸੀਗੀਆਂ, ਬਾਰਿਸ਼ ਦੇ ਵਿੱਚ ਵੀ ਆਪਣੀ ਸੇਵਾ ਦਾ ਇਹ ਜ਼ਿੰਮੇਵਾਰੀ ਸਮਝੀ ਹੈ ਤੇ ਲਗਾਤਾਰ ਉਸ ਦਿਨ ਦੇ ਲੱਗੇ ਆ। ਤੇ ਮੈਂ ਸਮਝਿਆ ਕਿ ਇਹਨੂੰ ਅਸੀਂ ਸੇਵਾ ਵਿੱਚ ਜਿੰਨਾ ਵੀ ਜੁਟ ਜਾਈਏ ਉਹਨਾਂ ਥੋੜਾ। ਬੀਬੀ ਜੀ, ਅੱਜ ਉੱਥੇ ਮੰਤਰੀ ਜੀ ਨਾਲ ਗੱਲ ਹੋਣੀ ਹੈ, ਪ੍ਰਧਾਨ ਮੰਤਰੀ ਨਾਲ, ਤੁਹਾਨੂੰ ਆਸ ਹੈਗੀ ਹੈ ਵੀ ਮਾੜਾ ਮੋਟਾ ਹੱਲ ਨਿਕਲੂਗਾ ਜੀ? ਦੇਖੋ ਜੀ, ਜਿਸ ਤਰ੍ਹਾਂ ਦਾ ਉਹਦਾ ਰਵੱਈਆ, ਉਹ ਲੱਗਦਾ ਕਿ ਉਹ ਲਮਕਾ ਪਾਉਂਦੇ ਆ, ਪਰ ਜੇ ਉਹਨਾਂ 'ਚ ਇਨਸਾਨੀਅਤ ਹੋਵੇ, ਜੇ ਉਹਨਾਂ ਨੂੰ ਦਰਦ ਹੋਵੇ ਲੋਕਾਂ ਦਾ, ਤੇ ਉਹਨਾਂ ਨੂੰ ਤੁਰੰਤ ਇਹ ਫੈਸਲਾ ਕਰ ਦੇਣਾ ਚਾਹੀਦਾ। ਮੀਟਿੰਗਾਂ ਦੀ ਤਾਂ ਲੋੜ ਹੀ ਨਹੀਂ। ਜਦੋਂ ਮੀਟਿੰਗਾਂ 'ਚ ਜਾਂਦੇ ਆ, ਗੱਲ ਤੇ ਉਹੀ ਹੈ। ਉਹ ਕਹਿੰਦੇ ਅਸੀਂ ਸਾਰੇ ਰੱਦ ਕਰਵਾ ਕੇ ਛੱਡਣੇ ਆ, ਉਹ ਕਹਿੰਦੇ ਅਸੀਂ ਇੱਕ ਇੱਕ ਕਰਕੇ ਬਣਾਉਣਾ। ਸੋ ਮੈਂ ਸਮਝਦੀ ਹਾਂ ਕਿ ਹੁਣ ਪ੍ਰਚਾਰ ਦਾ ਸਮਾਂ ਨਹੀਂ। ਜਦੋਂ ਅਸੀਂ ਮੋਦੀ ਸਾਹਿਬ ਨੂੰ ਪਹਿਲਾਂ ਕਿਹਾ ਸੀਗਾ, ਸਾਡੀ ਮੰਤਰੀ ਸਾਹਿਬ ਨੇ ਕਿਹਾ, ਪ੍ਰਧਾਨ ਸਾਹਿਬ ਨੇ ਕਿਹਾ ਬਤੌਰ MP ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਇੱਕ ਸਿਲੈਕਟ ਕਮੇਟੀ ਬਣਾ ਦਿਓ, ਉਹ 6 ਮਹੀਨੇ ਸਾਰਿਆਂ ਨਾਲ ਮੀਟਿੰਗਾਂ ਕਰਨਗੇ, ਵਿਚਾਰਾਂ ਕਰਨਗੇ, ਉਸ ਤੋਂ ਬਾਅਦ ਬਿੱਲ ਲੈ ਕੇ ਆਇਓ, ਪਾਰਲੀਮੈਂਟ 'ਚ ਨਾ ਲੈ ਕੇ ਆਓ। ਸਾਡਾ ਜ਼ੋਰ ਹੀ ਇਸ ਗੱਲ ਤੇ ਤੁਸੀਂ ਪਾਰਲੀਮੈਂਟ ਵਿੱਚ ਨਾ ਲੈ ਕੇ ਆਓ ਜਿੰਨੀ ਚਿਰ ਤੱਕ ਲੋਕੀ ਸਹਿਮਤ ਨਹੀਂ ਹੁੰਦੇ। ਜੇ ਕਿਸਾਨ ਸਹਿਮਤ ਹੋ ਗਏ ਲੈ ਆਇਓ, ਜੇ ਨਹੀਂ ਸਹਿਮਤ ਹੁੰਦੇ ਤਾਂ ਇੰਨੀ ਕਿਹੜੀ ਐਮਰਜੈਂਸੀ ਹੈ? ਦੇਸ਼ ਚੱਲ ਰਿਹਾ, ਦੇਸ਼ ਦੇ ਲੋਕ ਚਾਹੁੰਦੇ ਹੀ ਨਹੀਂ ਕਿ ਇਹ ਬਿੱਲ ਜਿਹੜੇ ਪਾਸ ਕੀਤੇ ਜਾਣ, ਕਿਉਂਕਿ ਲੋਕਾਂ ਦੇ ਮਨ 'ਚ ਜਿਹੜਾ ਖਦਸ਼ਾ ਉਹ ਸੱਚਾਈ ਹੈ, ਕੇਵਲ ਖਦਸ਼ਾ ਨਹੀਂ। ਉਹਨਾਂ ਨੂੰ ਪਤਾ ਕਿ ਸਾਡੇ ਕੌਮ ਦਾ ਇੱਕ ਕਤਲ ਹੋ ਜਾਏਗਾ ਜਦੋਂ ਅਸੀਂ ਬੇਮਾਲਕ ਹੋ ਗਏ। ਬੀਬੀ ਜੀ, ਸ਼੍ਰੋਮਣੀ ਕਮੇਟੀ ਵੱਲੋਂ ਇੰਨੇ ਵੱਡੇ ਪ੍ਰੋਜੈਕਟ ਰੰਭੇ ਗਏ ਨੇ, ਕਿਸਾਨ ਸੰਘਰਸ਼ ਹੈ, ਗਾਜ਼ੀਆਬਾਦ ਹੋਵੇ, ਚਾਹੇ ਟਿਕਰੀ ਬਾਰਡਰ ਹੋਵੇ, ਚਾਹੇ ਸਿੰਘੂ ਬਾਰਡਰ ਹੋਵੇ, ਕਿਤੇ ਵੀ ਹੈ। ਪਰ ਇਸ ਦੇ ਬਾਵਜੂਦ ਜੀ ਦਿੱਲੀ ਕਮੇਟੀ ਦੇ ਜਿਹੜੇ ਮੈਂਬਰ ਨੇ, ਉੱਥੋਂ ਦੇ ਪ੍ਰਧਾਨ ਨੇ, ਉਹਨਾਂ ਦੀ ਸ਼ਮੂਲੀਅਤ ਜ਼ਿਆਦਾ ਦੇਖੀ ਜਾ ਰਹੀ ਹੈ। ਕਿਉਂ? ਸ਼੍ਰੋਮਣੀ ਕਮੇਟੀ ਦੇ ਮੈਂਬਰ ਉੱਥੇ ਤੁਸੀਂ ਬਹੁਤ ਵੱਡੀ ਗਿਣਤੀ ਲਾਏ ਹੋਏ ਨੇ, ਦੇਖੋ ਉਹਨਾਂ ਦੀ ਸ਼ਮੂਲੀਅਤ ਇੰਨੀ ਜ਼ਿਆਦਾ ਜਿੰਨੀ ਦਿੱਲੀ ਸੇ ਗੁਰਦੁਆਰਾ ਕਮੇਟੀ ਵੀ ਸਾਡੀ ਹੈ ਜੀ, ਉਹ ਵੀ ਸਾਡੇ ਨਾਲ ਸੰਬੰਧਿਤ ਹੈ।
ਉਹ ਨੇੜੇ ਹੋਣ ਕਰਕੇ 24 ਘੰਟੇ ਪ੍ਰਧਾਨ ਸਾਹਿਬ ਉੱਥੇ ਰਹਿੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡਾ ਦਾਇਰਾ, ਅਸੀਂ ਇੱਥੋਂ ਬੈਠੇ ਪ੍ਰਬੰਧ ਕਰ ਰਹੇ ਹਾਂ ਔਰ ਸਾਰੇ ਪ੍ਰਬੰਧ ਕਰਨ ਦੇ ਕਰਕੇ ਜਦੋਂ ਵੀ ਕਿਤੇ ਇੱਕ ਜੇ ਕਿਸੇ ਉੱਥੇ ਦੇ ਲੀਡਰ ਨੇ ਮੈਨੂੰ ਫੋਨ ਕੀਤਾ, ਇੱਥੇ ਟਿੱਕਰੀ ਬਾਰਡਰ 'ਚ 2 ਤੰਬੂ, ਹੁਣੇ ਮੈਨੂੰ ਫੋਨ ਆਇਆ ਕਿ ਅਸੀਂ ਜੀ ਮਾਲਵੇ ਦੇ ਲੋਕ ਟਿੱਕਰੀ ਬਾਰਡਰ ਤੋਂ ਬੋਲ ਰਹੇ ਹਾਂ। ਮੈਂ ਕਿਹਾ ਹੁਕਮ ਦੱਸੋ। ਕਹਿੰਦੇ ਸੀ 1000 ਦਾ ਤੰਬੂ ਲਾਇਆ ਸੀ ਪਰ ਉਹ ਸਾਡਾ ਡਿੱਗ ਪਿਆ ਤੇ ਸਾਡੇ ਬਿਸਤਰੇ ਗਿੱਲੇ ਹੋ ਗਏ, ਹੁਣ ਤੁਸੀਂ ਸਾਡਾ ਪ੍ਰਬੰਧ ਕਰ ਦਿਓ। ਇਮੀਡੀਏਟ ਮੈਂ ਪਰਮਜੀਤ ਸਿੰਘ ਐਡੀਸ਼ਨਲ ਸਕੱਤਰ ਉੱਥੇ ਬੈਠਾ ਹੋਇਆ, ਮਸਾਣਾ ਸਾਹਿਬ ਰਪੈਨ ਸਿੰਘ ਐਗਜ਼ੈਕਟਿਵ ਮੈਂਬਰ ਬੈਠਾ ਹੋਇਆ, ਹੁਣੇ ਰਸਤੇ 'ਚ ਹੀ ਫੋਨ ਕਰਕੇ ਹਟੀਏ ਵੀ ਤੁਰੰਤ ਉੱਥੇ ਪਹੁੰਚੋ, ਉਹਨਾਂ ਨੂੰ ਜੋ ਚਾਹੀਦਾ ਪ੍ਰਬੰਧ ਕਰਕੇ ਆਓ। ਦਿੱਲੀ ਕਮੇਟੀ ਦਾ ਮੇਰੀ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤੀ ਮਾਰਕੀਟਿੰਗ 'ਚ ਨਹੀਂ ਪੈਂਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਿਧਾਂਤ ਤੇ ਜੁੜੀ ਰਹਿੰਦੀ ਹੈ, ਅਸੀਂ ਕੋਈ ਦਿਖਾਵਾ ਨਹੀਂ ਕਰਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਵੇਂ ਹੜ੍ਹਾਂ 'ਚ ਗਏ, ਭਾਵੇਂ ਸੁਨਾਮੀ 'ਚ ਗਏ, ਭਾਵੇਂ ਸੋਕੇ 'ਚ ਗਏ, ਕਿਸੇ ਥਾਂ ਤੇ ਵੀ ਗਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤਾ ਮੀਡੀਆ ਵਿੱਚ ਨਹੀਂ ਜਾਣਾ ਚਾਹੁੰਦੀ ਕਿਉਂਕਿ ਇਹ ਗੁਰੂ ਦੀ ਗੋਲਕ ਹੈ। ਅਸੀਂ ਗੁਰੂ ਦੀ ਗੋਲਕ ਵਰਤਦੇ ਹਾਂ। ਜੇ ਅਸੀਂ ਗੁਰੂ ਦੀ ਗੋਲਕ ਦੇ ਵਿੱਚੋਂ ਬਹੁਤਾ ਇਹ ਗੱਲਾਂ ਦਿਖਾਵੇ ਕਰਦੇ ਹਾਂ ਤੇ ਲੋਕ ਕਹਿੰਦੇ ਕਿ ਤੁਸੀਂ ਕਿਹੜਾ ਘਰਾਂ 'ਚੋਂ ਦਿੰਦੇ ਹੋ, ਇਹ ਤਾਂ ਗੁਰੂ ਦੀ ਗੋਲਕ ਹੈ। ਅਸੀਂ ਨਹੀਂ ਚਾਹੁੰਦੇ ਕਿ ਲੋਕ ਇਸ ਗੱਲ ਨੂੰ ਸੋਚਣ ਕਿ ਅਸੀਂ ਸ਼ਾਇਦ ਕੋਈ ਆਪਣੀ ਇੰਪੋਰਟੈਂਸ ਬਣਾਉਣਾ ਚਾਹੁੰਦੇ ਹਾਂ। ਸਾਡਾ ਫਰਜ਼ ਹੈ ਸੇਵਾ ਕਰਨੀ, ਸਾਡਾ ਫਰਜ਼ ਹੈ ਸਿਮਰਨ ਕਰਾਉਣਾ, ਸਾਡਾ ਫਰਜ਼ ਹੈ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ। ਅਸੀਂ ਭਾਵੇਂ ਮੀਡੀਆ 'ਚ ਦੇਈਏ ਨਾ ਦੇਈਏ, ਸਾਡੇ ਸਾਰੇ ਮੈਨੇਜਰ ਡਟੇ ਪਏ ਹੈ, ਸਾਡੇ ਸਾਰੇ ਮੈਂਬਰ ਡਟੇ ਪਏ ਹੈ ਔਰ ਇੱਕ ਕਰਕੇ ਦਿਨ ਰਾਤ ਉੱਤੇ ਮਿਹਨਤ ਕਰ ਰਹੇ ਹੈ। ਅਸੀਂ ਬਤੌਰ ਸੇਵਾਦਾਰ, ਮੈਂ ਇੱਥੋਂ ਇੱਕ ਮਿੰਟ ਨਾਲ ਜੁੜੀ ਹੋਈ ਹਾਂ, ਇੱਕ ਤੰਬੂ ਨਾਲ ਜੁੜੀ ਹੈ, ਇੱਕ ਮੈਂ ਲੰਗਰ ਦੇ ਜੁੜੀ ਹੋਈ ਹਾਂ, ਇੱਕ ਮੈਨੇਜਰ ਨਾਲ ਜੁੜੀ ਹੋਈ ਹਾਂ, ਇੱਕ ਮੈਂਬਰ ਨਾਲ ਜੁੜੀ ਹੋਈ ਹਾਂ। ਸਾਡਾ ਫਰਜ਼ ਹੈ ਲੋਕਾਂ ਦੀ ਲੋੜ ਪੂਰੀ ਕਰਨੀ। ਕੇਵਲ ਸੋਸ਼ਲ ਮੀਡੀਆ ਉੱਤੇ ਮੈਂ ਬਹੁਤਾ ਪਸੰਦ ਨਹੀਂ ਕਰਦੀ ਕਿ ਐਡੀ ਵੱਡੀ ਕਾਰਜਾਂ ਦਾ ਕੋਈ ਦੌਰਾ ਕਰਨ ਜਾ ਰਹੇ ਹੋ ਤੁਸੀਂ, ਉੱਥੋਂ ਵੀ ਜਾਇਜ਼ਾ ਲੈਣ ਕਿੱਦਾਂ ਦੇ ਚੱਲ ਰਹੇ? ਉੱਥੇ ਸਾਡੇ ਪਹੁੰਚ ਗਏ ਜੀ, ਚੀਨੀ ਮੀਤ ਪ੍ਰਧਾਨ ਪਹੁੰਚ ਗਏ। ਦੇਖੋ ਐਜ਼ ਏ ਪ੍ਰੈਜ਼ੀਡੈਂਟ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ। ਉਹ ਮੇਰੀ ਜਦੋਂ ਮੈਂ ਨਾਲ ਹੀ ਰਿਪੋਰਟ ਦੇ ਰਹੇ ਆ ਮੈਨੂੰ, ਤੇ ਮੈਨੂੰ ਕੋਈ ਜ਼ਰੂਰੀ ਨਹੀਂ ਕਿ ਮੈਂ ਹੀ ਉੱਥੇ ਜਾ ਕੇ ਦੇਖਣਾ। ਤੇ ਮਾੜਾ ਜਿਹੜਾ ਸ਼ਹੀਦ ਹਾਂ, ਜਿੰਨੇ ਸਾਡੇ ਦੇਖੋ ਮੈਂ ਨਹੀਂ ਇਹ ਗੱਲ ਕਹਿਣਾ ਚਾਹੁੰਦੀ। ਉਹਨਾਂ ਲਈ ਕੋਈ ਪਰਿਵਾਰ ਲਈ ਕੋਈ ਮਾਲੀ ਮਦਦ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਲੈ ਕੇ ਜਿਹਨੇ ਉੱਥੇ ਜਾਨ ਆਪਣੀ ਕੁਰਬਾਨ ਕਰਤੀ ਹੈ ਉਹਨਾਂ ਵਾਸਤੇ 1-1 ਲੱਖ ਰੁਪਏ ਅਸੀਂ ਦੇ ਰਹੇ। ਔਰ ਕੱਲ ਵੀ ਮੈਂ 11 ਦੇ ਕੇ ਆਈ ਹਾਂ, ਅੱਜ ਫਿਰ 3 ਭੋਗਾਂ ਦੇ ਮੈਨੂੰ ਫੋਨ ਆ ਗਏ, ਉੱਥੇ ਸਾਡੇ ਮੈਂਬਰ ਪਹੁੰਚ ਗਏ, 50 ਤੋਂ ਵੱਧ ਸਾਡੇ ਚੈੱਕ ਚਲੇ ਗਏ ਔਰ ਇੱਕ ਵੀ ਵਿਅਕਤੀ ਨਹੀਂ ਕਹਿ ਸਕਦਾ ਕਿ ਸਾਡਾ ਮੌਤ ਹੋਈ ਹੈ, ਚੈੱਕ ਨਹੀਂ ਪਹੁੰਚਿਆ। ਜਿਉਂ ਹੀ ਅਖਬਾਰ 'ਚ ਆਉਂਦਾ ਇਮੀਡੀਏਟ ਅਸੀਂ ਇਨਕੁਆਇਰੀ ਕਰਦੇ ਹਾਂ, ਜਿਉਂ ਹੀ ਸਾਨੂੰ ਰਿਪੋਰਟ ਆਉਂਦੀ ਹੈ ਜ਼ਖਮੀਆਂ ਦਾ ਇਲਾਜ ਕਰਾਉਂਦੇ ਹਾਂ। ਕੋਈ ਵੀ ਪਰਿਵਾਰ ਨਹੀਂ ਕਹਿ ਸਕੇਗਾ ਕਿ ਜੇ ਐਲਾਨ ਕੀਤਾ ਸੀ ਤੇ ਸਾਨੂੰ ਨਹੀਂ ਮਿਲਿਆ। ਪਰਿਵਾਰ ਨੂੰ ਕੋਈ ਨੌਕਰੀ ਵੀ ਦਿੱਤੀ ਜਾਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ? ਦੇਖੋ ਜੀ, ਉਹ ਜਿਹੜੀਆਂ ਗੱਲਾਂ ਨਾ ਜੀ, ਉਹ ਸਿਧਾਂਤਕ ਤੌਰ ਦੇ ਉੱਤੇ ਕਿਤੇ ਲੋੜ ਹੋਵੇ ਨੌਕਰੀਆਂ ਸਰਕਾਰਾਂ ਦਿੰਦੀਆਂ ਨੇ, ਸਾਡੀ ਤਾਂ ਸੇਵਾਦਾਰ ਭਰਤੀ ਹੋਣੇ ਜਿੰਨੇ ਲੋੜ ਪਏ। ਸਰਕਾਰ ਇੱਕ ਪਰਚੇ ਕਰਨ ਲੱਗੀ ਜਿਹੜੇ ਵਿਰੋਧ ਕਰ ਰਹੇ ਨੇ। ਵਾਹਿਗੁਰੂ ਕਹੀਏ ਹੁਣ, ਮੈਂ ਪੰਜਾਬ ਸਰਕਾਰ ਨੂੰ ਜ਼ਰੂਰ ਕਹਿਣਾ, ਤੁਸੀਂ ਕਹਿ ਲਓ ਜਾ ਕੇ।